ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲ ਕਰਾਂਗੇ ਉਹਨਾਂ ਖਬਰਾਂ ਦੀ ਜਿਹੜੀਆਂ ਕੈਨੇਡਾ ਵਿੱਚ ਹਫ਼ਤਾ ਭਰ ਖਾਸ ਰਹੀਆਂ ਨੇ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ। ਹਾਊਸਿੰਗ ਮਾਰਕੀਟ ਵਿੱਚ ਰਿਕਾਰਡ ਤੇਜ਼ੀ, ਘਰਾਂ ਦੀ ਸੇਲ ਵਿੱਚ ਹੋਇਆ ਵਾਧਾ। TR2 PR ਪ੍ਰੋਗਰਾਮ ਬਾਰੇ ਆਈ ਅਪਡੇਟ। 2 ਸਾਲ ਤੋਂ ਬਾਅਦ ਵੀ ਲਟਕੀਆਂ ਅਰਜ਼ੀਆਂ। ਭਾਰਤ ਵਿੱਚ 2000 ਦੇ ਨੋਟ ਹੋਏ ਬੰਦ, 30 ਸਤੰਬਰ ਤੱਕ ਬਦਲੇ ਜਾ ਸਕਦੇ ਨੇ ਨੋਟ। ਕੈਨੇਡਾ ਆਉਣ ਵਾਲਿਆਂ ਤੇ ਸਰਕਾਰ ਕਰੇਗੀ ਖਰਚਾ, ਇਮੀਗ੍ਰੇਸ਼ਨ ਬਾਰੇ ਆਈ ਵੱਡੀ ਖਬਰ। TR2 PR ਪ੍ਰੋਗਰਾਮ ਦੇ ਨਾਲ ਜੁੜੀ ਹੋਈ ਇਸ ਹਫ਼ਤੇ ਵੱਡੀ ਖਬਰ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ 2 ਸਾਲ ਦਾ ਸਮਾਂ ਹੋ ਚੁੱਕਿਆ ਪਰ ਅਰਜ਼ੀਆਂ ਦੇ ਉੱਪਰ ਫੈਸਲਾ ਨਹੀਂ ਆ ਸਕਿਆ। ਬਹੁਤੇ ਲੋਕਾਂ ਨੇ TR2 PR ਪ੍ਰੋਗਰਾਮ ਰਾਹੀਂ ਫਾਈਲਾਂ ਲਗਾਈਆਂ ਸਨ, ਪਰ ਬਿਨੇਕਾਰਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ, ਅਜੇ ਤੱਕ ਵੀ ਉਹਨਾਂ ਨੂੰ ਕੈਨੇਡਾ ਵਿੱਚ ਪੱਕੇ ਨਹੀਂ ਕੀਤਾ ਗਿਆ। TR2 PR ਪ੍ਰੋਗਰਾਮ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ 2 ਸਾਲ ਬਾਅਦ ਵੀ ਸਾਰੀਆਂ ਅਰਜ਼ੀਆਂ ਪ੍ਰੋਸੈਸ ਨਹੀਂ ਹੋ ਸਕੀਆਂ। TR2 PR ਪ੍ਰੋਗਰਾਮ ਦੇ ਨਾਲ ਜੁੜੀਆਂ ਅਪਡੇਟਸ ਲਗਾਤਾਰ ਪੁੱਛੀਆਂ ਜਾ ਰਹੀਆਂ ਨੇ। ਕੈਨੇਡਾ ਸਰਕਾਰ ਵੱਲੋਂ 90,000 ਵਿਅਕਤੀਆਂ ਨੂੰ PR ਦੇਣ ਵਾਸਤੇ ਚਲਾਏ ਗਏ ਪ੍ਰੋਗਰਾਮ ਜਾਣੀ ਕਿ TR2 PR ਨੂੰ ਬੰਦ ਹੋਣ ਦੇ ਕਰੀਬ 1.5 ਸਾਲ ਬਾਅਦ ਵੀ ਸਾਰੀਆਂ ਅਰਜ਼ੀਆਂ ਪ੍ਰੋਸੈਸ ਨਹੀਂ ਕੀਤੀਆਂ। ਦੱਸ ਦਈਏ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਪਿਛਲੇ ਸਾਲ 6 ਮਈ ਨੂੰ TR2 PR ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਸਿਹਤ ਅਤੇ ਹੋਰ ਖੇਤਰਾਂ ਵਿੱਚ ਕੰਮ ਕਰਦੇ ਵਿਅਕਤੀਆਂ ਨੂੰ ਕੈਨੇਡਾ ਦੀ PR ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਸਰਕਾਰ ਵੱਲੋਂ ਇਸ ਪ੍ਰੋਗਰਾਮ ਅਧੀਨ ਕੈਨੇਡਾ ਵਿੱਚ ਰਹਿੰਦੇ 90,000 ਵਿਅਕਤੀਆਂ ਨੂੰ PR ਦੇਣ ਦਾ ਟਾਰਗੇਟ ਰੱਖਿਆ ਗਿਆ। ਇਸ ਪ੍ਰੋਗਰਾਮ ਵਿੱਚ ਅੱਗੇ ਕੁਝ ਕੈਟੇਗਰੀ ਸਨ। ਕੈਨੇਡਾ ਅੰਦਰ ਪੜ੍ਹਾਈ ਪੂਰੀ ਕਰ ਚੁੱਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ 40,000 ਅਰਜ਼ੀਆਂ ਦਾ ਕੋਟਾ ਰੱਖਿਆ ਗਿਆ, ਜੋ ਕਿ ਕੁਝ ਦਿਨਾਂ ਦੇ ਅੰਦਰ ਹੀ ਭਰ ਗਿਆ ਸੀ। ਹੁਣ ਜਿੱਥੇ ਹੋਰਨਾਂ ਕੈਟੇਗਰੀਜ਼ ਦੇ ਵਿੱਚ ਅਰਜ਼ੀਆਂ ਦੇਣ ਦੀ ਇੱਕ ਸੀਮਾ ਸੀ, ਉਧਰ ਫ੍ਰੈਂਚ ਭਾਸ਼ਾ ਸਿੱਖੇ ਜਾਣ ਦੀ ਕੈਟੇਗਰੀ ਦੇ ਵਿੱਚ ਅਜਿਹੀ ਕੋਈ ਨਿਰਧਾਰਿਤ ਸੀਮਾ ਨਹੀਂ ਸੀ। ਅਰਜ਼ੀਆਂ 6 ਮਈ ਤੋਂ 5 ਨਵੰਬਰ ਦਰਮਿਆਨ ਲਈਆਂ ਗਈਆਂ। ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਮੁਤਾਬਕ ਇਸ ਪ੍ਰੋਗਰਾਮ ਅਧੀਨ ਕੁੱਲ 1,26,386 ਬਿਨੇਕਾਰਾਂ ਨੇ PR ਵਾਸਤੇ ਅਪਲਾਈ ਕੀਤਾ, ਜਿਨ੍ਹਾਂ ਵਿੱਚੋਂ ਫਿਲਹਾਲ 23,235 ਅਰਜ਼ੀਆਂ ਪ੍ਰੋਸੈਸਿੰਗ ਅਧੀਨ ਨੇ। ਪ੍ਰਾਪਤ ਜਾਣਕਾਰੀ ਮੁਤਾਬਕ ਫ੍ਰੈਂਚ ਭਾਸ਼ਾ ਦਾ ਟੈਸਟ ਪਾਸ 8,626 ਵਿਅਕਤੀਆਂ ਨੇ ਇਸ ਕੈਟੇਗਰੀ ਦੇ ਵਿੱਚ PR ਲਈ ਅਪਲਾਈ ਕੀਤਾ। ਜਾਣਕਾਰੀ ਮੁਤਾਬਕ 1,622 ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ। ਇਸੇ ਦਰਮਿਆਨ 15,622 ਵਿਅਕਤੀਆਂ ਨੇ ਆਪਣੀਆਂ ਅਰਜ਼ੀਆਂ ਨੂੰ ਵਾਪਸ ਲੈ ਲਿਆ। ਉਧਰ PR ਦੀ ਉਡੀਕ ਕਰਦੇ ਬਹੁਤ ਸਾਰੇ ਬਿਨੇਕਾਰ ਆਪਣਾ ਪੱਖ ਰੱਖ ਰਹੇ ਨੇ। ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਕਿਵੇਂ ਉਹ ਲਟਕਿਆ ਹੋਇਆ ਮਹਿਸੂਸ ਕਰ ਰਹੇ ਨੇ। ਭਾਰਤ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਦੇ ਉੱਪਰ ਕੁਝ ਬਿਨੇਕਾਰ ਵੀ ਇਸ ਬਾਰੇ ਆਪਣਾ ਪੱਖ ਰੱਖਦੇ ਹੋਏ ਦਿਖਾਈ ਦੇ ਰਹੇ ਨੇ। ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ PR ਦੀ ਪ੍ਰਕਿਰਿਆ ਜਲਦੀ ਪੂਰੀ ਨਾ ਹੋਣ ਕਰਕੇ ਉਹ ਹੋਰ ਬਿਹਤਰ ਮੌਕੇ ਮਿਲਣ ਅਤੇ ਅਪਲਾਈ ਨਹੀਂ ਕਰ ਪਾ ਰਹੇ, ਕਿਉਂਕਿ PR ਤੱਕ ਉਹ ਆਪਣਾ ਮੌਜੂਦਾ ਕੰਮ ਛੱਡ ਨਹੀਂ ਸਕਦੇ। ਭਾਰਤ ਤੋਂ ਇਸ ਹਫ਼ਤੇ ਵੱਡੀ ਖਬਰ ਸਾਹਮਣੇ ਆਈ, ਜਿੱਥੇ 2000 ਦੇ ਨੋਟ ਹੁਣ ਬੰਦ ਕੀਤੇ ਜਾ ਰਹੇ ਨੇ। ਸਮਾਂ ਦਿੱਤਾ ਗਿਆ ਹੈ 30 ਸਤੰਬਰ ਤੱਕ ਦਾ, ਜਦੋਂ ਤੁਸੀਂ ਆਪਣੇ ਨੋਟ ਬਦਲੀ ਕਰ ਸਕਦੇ ਹੋ। ਅਜਿਹਾ ਫੈਸਲਾ RBI ਵੱਲੋਂ ਕੀਤਾ ਗਿਆ। ਭਾਰਤ ਤੋਂ ਇੱਕ ਅਹਿਮ ਖਬਰ ਸਾਹਮਣੇ ਆਈ ਹੈ, ਜਿੱਥੇ 2000 ਦੇ ਨੋਟ ਬੰਦ ਕੀਤੇ ਜਾ ਰਹੇ ਨੇ। ਭਾਰਤੀ ਰਿਜ਼ਰਵ ਬੈਂਕ ਵੱਲੋਂ 2000 ਰੁਪਏ ਦੀ ਕਰੰਸੀ ਨੋਟ ਵਾਪਸ ਲੈਣ ਦਾ ਫੈਸਲਾ ਲਿਆ ਗਿਆ। ਬੈਂਕ ਨੇ ਲੋਕਾਂ ਨੂੰ 30 ਸਤੰਬਰ ਤੱਕ ਨੋਟ ਬੈਂਕਾਂ ਵਿੱਚ ਜਮ੍ਹਾਂ ਕਰਨ ਵਾਸਤੇ ਕਹਿ ਦਿੱਤਾ ਹੈ। ਜੀ ਹਾਂ, ਭਾਰਤੀ ਰਿਜ਼ਰਵ ਬੈਂਕ ਵੱਲੋਂ ਦੇਸ਼ ਵਿੱਚ 2000 ਦੇ ਨੋਟ ਨੂੰ ਬੰਦ ਕਰਨ ਦੇ ਬਾਰੇ ਐਲਾਨ ਕਰ ਦਿੱਤਾ ਗਿਆ। ਇਸ ਬਾਰੇ ਬੋਲਦਿਆਂ ਭਾਰਤ ਦੇ ਵਿੱਤ ਸਕੱਤਰ ਨੇ ਕਿਹਾ ਕਿ 2000 ਦੇ ਨੋਟ ਨੂੰ ਵਾਪਸ ਲੈਣ ਨਾਲ ਆਮ ਜੀਵਨ ਅਤੇ ਅਰਥਚਾਰੇ ਵਿੱਚ ਕੋਈ ਵੀ ਵਿਘਨ ਨਹੀਂ ਪਵੇਗਾ। ਇਹ ਫੈਸਲਾ ਅਜਿਹੇ ਸਮੇਂ ਵਿੱਚ ਕੀਤਾ ਗਿਆ ਜਦੋਂ ਇਸ ਸਾਲ ਦੇ ਆਖਿਰ ਵਿੱਚ ਭਾਰਤ ਦੇ 4 ਵੱਡੇ ਸੂਬਿਆਂ ਵਿੱਚ ਚੋਣਾਂ ਨੇ ਤੇ ਸਾਲ 2024 ਵਿੱਚ ਆਮ ਰਾਸ਼ਟਰੀ ਚੋਣਾਂ ਹੋਣਗੀਆਂ। ਮੰਨਿਆ ਜਾਂਦਾ ਹੈ ਕਿ ਭਾਰਤ ਦੀਆਂ ਜ਼ਿਆਦਾਤਰ ਰਾਜਨੀਤਿਕ ਪਾਰਟੀਆਂ ਚੋਣ ਮੁਹਿੰਮ ਦੇ ਖਰਚਿਆਂ ਵਾਸਤੇ ਉੱਚ ਮੁੱਲ ਵਾਲੇ ਨੋਟਾਂ ਦੀ ਜਮ੍ਹਾਖੋਰੀ ਕਰਦੀਆਂ ਨੇ। ਨੋਟ ਵਾਪਸ ਲੈਣ ਦਾ ਐਲਾਨ ਕਰਦਿਆਂ ਰਿਜ਼ਰਵ ਬੈਂਕ ਨੇ ਕਿਹਾ ਕਿ ਪ੍ਰਮਾਣ ਦੱਸਦੇ ਹਨ ਕਿ ਆਮ ਲੈਣ ਦੇਣ ਵਿੱਚ 2000 ਦਾ ਨੋਟ ਬਹੁਤਾ ਵਰਤਿਆ ਨਹੀਂ ਜਾ ਰਿਹਾ ਸੀ। ਇਸ ਤੋਂ ਇਲਾਵਾ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਿਹਾ ਕਿ ਫਿਲਹਾਲ ਮਾਰਕੀਟ ਵਿੱਚ ਚੱਲ ਰਹੀ 2000 ਰੁਪਏ ਦੇ ਨੋਟ ਵੈਧ ਕਰੰਸੀ ਬਣੇ ਰਹਿਣਗੇ, ਪਰ ਲੋਕਾਂ ਨੂੰ 30 ਸਤੰਬਰ ਤੱਕ ਇਹ ਨੋਟ ਬੈਂਕ ਵਿੱਚ ਜਮ੍ਹਾਂ ਕਰਨ ਅਤੇ ਬਦਲੇ ਵਿੱਚ ਛੋਟੇ ਨੋਟ ਲੈਣ ਲਈ ਕਿਹਾ ਗਿਆ। 2000 ਰੁਪਏ ਦੇ ਨੋਟ ਨੂੰ ਸਾਲ 2016 ਵਿੱਚ ਸ਼ੁਰੂ ਕੀਤਾ ਗਿਆ ਸੀ, ਜਦੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸਰਕੂਲੇਸ਼ਨ ਤੋਂ ਨਕਲੀ ਨੋਟਾਂ ਤੇ ਜਾਲੀ ਨੋਟਾਂ ਨੂੰ ਹਟਾਉਣ ਦੇ ਚੱਕਰ ਦੇ ਵਿੱਚ 500 ਤੇ 1000 ਰੁਪਏ ਦੇ ਨੋਟਾਂ ਨੂੰ ਅਚਾਨਕ ਬੰਦ ਕਰ ਦਿੱਤਾ। ਇਸ ਗੱਲ ਦੇ ਬਹੁਤ ਘੱਟ ਪ੍ਰਮਾਣ ਹਨ ਕਿ ਮੋਦੀ ਸਰਕਾਰ ਦੀ ਇਹ ਯੋਜਨਾ ਸਫਲ ਹੋਈ, ਪਰ ਇਸ ਕਦਮ ਨੇ ਆਰਥਿਕਤਾ ਵਿੱਚ ਮੌਜੂਦ 86% ਦੀ ਕਰੰਸੀ ਦੇ ਮੁੱਲ ਨੂੰ ਰਾਤੋਂ ਰਾਤ ਅਵੈਧ ਬਣਾ ਦਿੱਤਾ, ਜਿਸ ਤੋਂ ਬਾਅਦ ਆਰਥਿਕਤਾ ਵਿੱਚ ਨਕਦੀ ਦੀ ਘਾਟ ਹੋ ਗਈ। ਸਰਕਾਰ ਨੇ ਕੁਝ ਦਿਨਾਂ ਬਾਅਦ 500 ਰੁਪਏ ਦੇ ਨਵੇਂ ਨੋਟ ਸ਼ੁਰੂ ਕਰ ਦਿੱਤੇ ਤੇ ਕੁਝ ਦਿਨਾਂ ਬਾਅਦ 2000 ਦੇ ਨੋਟ ਲਿਆਂਦੇ ਗਏ।
ਹਾਲਾਂਕਿ ਉਸ ਤੋਂ ਬਾਅਦ ਕੇਂਦਰੀ ਬੈਂਕ ਨੇ 500 ਰੁਪਏ ਤੇ ਇਸ ਤੋਂ ਘੱਟ ਦੇ ਨੋਟਾਂ ਦੀ ਛਪਾਈ ਤੇ ਫੋਕਸ ਕੀਤਾ ਤੇ ਪਿਛਲੇ 4 ਸਾਲਾਂ ਵਿੱਚ 2000 ਰੁਪਏ ਦੇ ਨਵੇਂ ਨੋਟ ਨਹੀਂ ਛਾਪੇ ਗਏ। ਭਾਰਤ ਦੇ ਅਰਥ ਸ਼ਾਸਤਰੀ ਅਤੇ ਸਾਬਕਾ ਮੁੱਖ ਅੰਕੜਾ ਵਿਗਿਆਨੀ ਨੇ ਉੱਚ ਮੁੱਲ ਵਾਲੇ ਨੋਟ ਤੇ ਵਾਪਸ ਲੈਣ ਨੂੰ ਨੋਟਬੰਦੀ ਦਾ ਇੱਕ ਸਮਝਦਾਰ ਰੂਪ ਦੱਸਿਆ ਹੈ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਹੁਣ ਵੱਧ ਉਮੀਦਵਾਰਾਂ ਦਾ ਸਵਾਗਤ ਕੀਤਾ ਜਾਏਗਾ। ਕੈਨੇਡਾ ਦੇ ਇੱਕ ਸੂਬੇ ਤੋਂ ਅਜਿਹੀ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਕਿੰਨੀ ਗਿਣਤੀ ਦੇ ਵਿੱਚ ਵੱਧ ਨਿਊ ਕਮਰਸ ਦਾ ਸਵਾਗਤ ਕੀਤਾ ਜਾਣਾ ਹੈ। ਇਮੀਗ੍ਰੇਸ਼ਨ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਖਾਸ ਪ੍ਰੋਗਰਾਮ ਦੇ ਜ਼ਰੀਏ ਹੁਣ 10% ਵੱਧ ਉਮੀਦਵਾਰਾਂ ਦਾ ਸਵਾਗਤ ਕੀਤਾ ਜਾਵੇਗਾ। ਜੀ ਹਾਂ, ਨਿਊ ਬਰਨਸਵਿਕ ਵੱਲੋਂ ਕ੍ਰਿਟੀਕਲ ਵਰਕਰ ਪ੍ਰੋਗਰਾਮ ਦੇ ਤਹਿਤ 10% ਵੱਧ PNP ਕੈਂਡੀਡੇਟਸ ਦਾ ਸਵਾਗਤ ਕੀਤਾ ਜਾਣਾ ਹੈ। ਸਾਲ 2022 ਵਿੱਚ ਨਿਊ ਬਰਨਸਵਿਕ ਕ੍ਰਿਟੀਕਲ ਵਰਕਰ ਪਾਇਲਟ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ ਸੀ, ਜਿਸ ਦੇ ਨਾਲ ਨਵੇਂ ਆਉਣ ਵਾਲਿਆਂ ਨੂੰ ਕੈਨੇਡਾ ਵਿੱਚ ਮੌਕਾ ਦਿੱਤਾ ਗਿਆ। ਇਹ ਉਪਰਾਲਾ ਨਿਊ ਬਰਨਸਵਿਕ ਦੀ ਸਰਕਾਰ ਅਤੇ ਫੈਡਰਲ ਸਰਕਾਰ ਵੱਲੋਂ ਸਾਂਝੇ ਤੌਰ ਤੇ ਉੱਪਰ ਕੀਤਾ ਗਿਆ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਨਵੇਂ ਆਉਣ ਵਾਲਿਆਂ ਨੂੰ ਅਟਰੈਕਟ ਕੀਤਾ ਜਾ ਸਕੇ ਤੇ ਸੂਬੇ ਦੀ ਵਰਕ ਫੋਰਸ ਨੂੰ ਵੀ ਭਰਿਆ ਜਾ ਸਕੇ। ਦੱਸ ਦਈਏ ਕਿ ਨਿਊ ਬਰਨਸਵਿਕ ਤੋਂ ਜੋ ਆਬਾਦੀ ਬਾਰੇ ਜਾਣਕਾਰੀ ਸਾਹਮਣੇ ਆਈ, ਉੱਥੇ ਪਤਾ ਚੱਲਿਆ ਕਿ ਪਹਿਲਾਂ ਦੇ ਮੁਕਾਬਲੇ ਆਬਾਦੀ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਤੇ ਪ੍ਰਵਾਸੀਆਂ ਨੂੰ ਇਸ ਦੇ ਵਿੱਚ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਕੈਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਵੱਲੋਂ ਅੰਕੜੇ ਜਾਰੀ ਕਰਦਿਆਂ ਦੱਸਿਆ ਗਿਆ ਕਿ ਸਾਲ 2022 ਦੇ ਚੌਥੇ ਕੁਆਰਟਰ ਦੇ ਵਿੱਚ 4219 ਨਵੇਂ ਆਉਣ ਵਾਲੇ ਲੋਕਾਂ ਵੱਲੋਂ ਯੋਗਦਾਨ ਪਾਇਆ ਗਿਆ। ਸਾਲ 2021 ਦੀ ਤੁਲਨਾ ਵਿੱਚ ਇਸ ਨੂੰ ਇੱਕ ਵੱਡਾ ਵਾਧਾ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੂਬੇ ਵੱਲੋਂ ਅਪ੍ਰੈਲ ਮਹੀਨੇ ਦੇ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਹੁਣ ਕਿਸ ਤਰ੍ਹਾਂ ਨਿਊ ਕਮਰਸ ਦਾ ਸਵਾਗਤ ਕੀਤਾ ਜਾਣਾ ਹੈ। ਪੀਲ ਖੇਤਰ ਨੂੰ ਇਸ ਹਫ਼ਤੇ ਭੰਗ ਕਰਨ ਦੇ ਬਾਰੇ ਐਲਾਨ ਕੀਤਾ ਗਿਆ, ਜਿੱਥੇ ਪਹਿਲਾਂ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਸੀ, ਪਰ ਬਾਅਦ ਦੇ ਵਿੱਚ ਇਸ ਦੇ ਉੱਪਰ ਇਹ ਫੈਸਲਾ ਸਾਹਮਣੇ ਆਇਆ, ਜਿੱਥੇ ਦੱਸਿਆ ਗਿਆ ਕਿ ਸਾਲ 2025 ਤੱਕ ਪੀਲ ਖੇਤਰ ਨੂੰ ਭੰਗ ਕੀਤਾ ਜਾ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਪੀਲ ਖੇਤਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਫੋਰਡ ਸਰਕਾਰ ਵੱਲੋਂ ਪੀਲ ਰੀਜਨ ਨੂੰ ਭੰਗ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਗਲੇ 3 ਸਾਲਾਂ ਦੇ ਅੰਦਰ ਪੀਲ ਰੀਜਨ ਭੰਗ ਹੋਣ ਦੀ ਸੰਭਾਵਨਾ ਹੈ। ਜੀ ਹਾਂ, ਸੋਰਸਿਸ ਤੋਂ ਪਤਾ ਚੱਲਿਆ ਕਿ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਪੀਲ ਰੀਜਨ ਨੂੰ ਭੰਗ ਕਰ ਰਹੇ ਹਨ, ਜਿਸ ਦਾ ਮਤਲਬ ਹੈ ਕਿ ਬਰੈਂਪਟਨ ਤੇ ਮਿਸੀਸਾਗਾ ਸੁਤੰਤਰ ਸ਼ਹਿਰ ਹੋਣਗੇ ਤੇ ਇਹ ਪ੍ਰਕਿਰਿਆ ਅਗਲੇ 3 ਸਾਲਾਂ ਦੇ ਅੰਦਰ ਸਿਰੇ ਚੜ੍ਹ ਜਾਵੇਗੀ। ਦੱਸਣਯੋਗ ਹੈ ਕਿ ਪੀਲ ਰੀਜਨ ਵਿੱਚ ਮਿਸੀਸਾਗਾ, ਬਰੈਂਪਟਨ ਤੇ ਕੈਲਡਨ ਸ਼ਹਿਰ ਆਉਂਦੇ ਨੇ ਤੇ ਰੀਜਨ ਪੈਰਾਮੈਡਿਕਸ ਹੈਲਥ ਪ੍ਰੋਗਰਾਮ ਅਤੇ ਹੋਰ ਵੀ ਕਈ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੈ। ਮਿਨਿਸਟਰ ਆਫ ਮਿਊਨਿਸਪਲ ਅਫੇਅਰਸ ਸਟੀਵ ਪੀਲ ਰੀਜਨ ਦੇ ਭਵਿੱਖ ਬਾਰੇ ਲੈਜਿਸਲੇਚਰ ਵਿੱਚ ਬਿੱਲ ਪੇਸ਼ ਕਰਨਗੇ। ਸਟੀਵ ਇੱਕ ਨਿਊਜ਼ ਕਾਨਫਰੰਸ ਕਰਨਗੇ ਤੇ ਇਸ ਦੌਰਾਨ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਤੇ ਮਿਸੀਸਾਗਾ ਮੇਅਰ ਉਨ੍ਹਾਂ ਨਾਲ ਹੋਣਗੇ। ਓਨਟਾਰੀਓ ਪ੍ਰੀਮੀਅਰ ਡਗ ਫੋਰਡ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮਿਸੀਸਾਗਾ ਤੇ ਬਰੈਂਪਟਨ ਵੱਡੇ ਸ਼ਹਿਰ ਨੇ ਤੇ ਉਹ ਆਤਮ ਨਿਰਭਰ ਬਣ ਸਕਦੇ ਨੇ। ਮਿਸੀਸਾਗਾ ਦੀ ਮੇਅਰ ਆਪਣੀ ਸਿਟੀ ਨੂੰ ਪੀਲ ਤੋਂ ਵੱਖ ਕਰਨ ਲਈ ਜ਼ੋਰ ਲਗਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਮਿਸੀਸਾਗਾ ਨੂੰ ਅਗਲੇ 10 ਸਾਲਾਂ ਵਿੱਚ $1 ਬਿਲੀਅਨ ਦੀ ਬਚਤ ਹੋਵੇਗੀ ਤੇ ਕੰਮਕਾਜ ਵਿੱਚ ਵੀ ਸੁਧਾਰ ਆਵੇਗਾ। ਇਸ ਤੋਂ ਇਲਾਵਾ ਬਰੈਂਪਟਨ ਮੇਅਰ ਪੈਟਰਿਕ ਬਰਾਊਨ ਨੇ ਕਿਹਾ ਕਿ ਉਹ ਡੁਪਲੀਕੇਸ਼ਨ ਹਟਾਉਣ ਦੇ ਯਤਨਾਂ ਦਾ ਸਵਾਗਤ ਕਰਦੇ ਨੇ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਜੇ ਬਰੈਂਪਟਨ ਤੇ ਮਿਸੀਸਾਗਾ ਵੱਖ ਹੁੰਦੇ ਨੇ ਤਾਂ ਮਿਸੀਸਾਗਾ ਬਰੈਂਪਟਨ ਦਾ ਦੇਣਦਾਰ ਹੈ, ਕਿਉਂਕਿ ਬਰੈਂਪਟਨ ਦੇ ਰੈਜ਼ੀਡੈਂਟਸ ਨੇ ਮਿਸੀਸਾਗਾ ਦੇ ਇਨਫਰਾਸਟ੍ਰਕਚਰ ਨੂੰ ਫੰਡ ਕੀਤਾ। To be here this afternoon to talk to you about the decisive action we are taking to address the needs of Mississauga, Brampton and Caledon residents by giving their municipal governments the necessary tools to build homes that Ontarians need and deserve. I'd like to welcome Mayor Crombie from Mississauga, Mayor Brown from Brampton, and Mayor Groves from Caledon to Queen's Park today. As you all know, today I introduced the Hazel McCallion Act in the legislature. This legislation, if passed, would begin the process of dissolving the region of Peel effective January 1st, 2025. This historic initiative by our government would help Mississauga, Brampton and Caledon prepare for the significant growth that we expect in their populations in the coming years, particularly when it comes to building homes. It also honors the legacy of the late, great Hazel McCallion, a pivotal figure in the growth of Peel region, who long believed that Mississauga was capable of standing on its own 2 feet. We agree, and we are keeping our commitment to Hazel by moving forward with a plan that will ensure fairness and stability for the residents of Peel, while ensuring that they have the tools they need to succeed. If the proposed legislation is passed, I would appoint a transition board to help municipalities prepare to become single-tier on January 1st, 2025, when the proposed changes would come into effect.
The board would make recommendations on actions our government can take to help the transition proceed smoothly. And it would provide a wide range of advice on matters from financial sustainability to how to allocate assets and liabilities. Also to look at contracts and employment matters and to determine future service delivery models. Now, Hazel had a saying that she was eager to remind me whenever I met with her. I, in fact, have a T-shirt that she gave me back in my ministry office. ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਤੇ ਸਰਕਾਰ ਖਰਚਾ ਕਰੇਗੀ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਜਿਹੜੇ ਕੈਨੇਡਾ ਵਿੱਚ ਆਉਣ ਵਾਲੇ ਨਵੇਂ ਲੋਕ ਨੇ ਉਹਨਾਂ ਨੂੰ ਰਾਹਤ ਦਿੱਤੀ ਜਾਏਗੀ। ਸਰਕਾਰ ਵੱਲੋਂ ਸੂਬਿਆਂ ਨੂੰ ਇਸ ਸੰਬੰਧੀ ਫੰਡ ਜਾਰੀ ਕੀਤੇ ਜਾਣੇ ਨੇ। ਇਮੀਗ੍ਰੇਸ਼ਨ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਹੁਣ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਫੈਡਰਲ ਸਰਕਾਰ ਵੱਲੋਂ $65 ਮਿਲੀਅਨ ਖਰਚ ਕੀਤੇ ਜਾਣਗੇ। ਜੀ ਹਾਂ, ਕੈਨੇਡਾ ਵਿੱਚ ਨਵੇਂ ਆਉਣ ਵਾਲੇ ਇਮੀਗ੍ਰੈਂਟਸ ਨੂੰ ਸੈਟਲ ਕਰਨ ਵਾਸਤੇ ਫੈਡਰਲ ਸਰਕਾਰ ਹੁਣ ਕਈ ਡਾਲਰ ਖਰਚ ਕਰੇਗੀ। ਇਸ ਬਾਰੇ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੀ ਪਾਰਲੀਮੈਂਟਰੀ ਸਕੱਤਰ ਮੈਰੀ ਨੇ ਐਲਾਨ ਕੀਤਾ ਹੈ। ਪਾਰਲੀਮੈਂਟਰੀ ਸਕੱਤਰ ਮੈਰੀ ਨੇ ਕਿਹਾ ਕਿ ਇਹ ਸੇਵਾਵਾਂ ਨਵੇਂ ਆਏ ਲੋਕਾਂ ਨੂੰ ਕੈਨੇਡਾ ਵਿੱਚ ਰਹਿਣ ਬਾਰੇ ਫੈਸਲਾ ਲੈਣ ਅੰਦਰ ਮਦਦ ਕਰਦੀਆਂ ਨੇ ਤੇ ਆਰਥਿਕਤਾ ਵਿੱਚ ਤੇਜ਼ੀ ਨਾਲ ਯੋਗਦਾਨ ਪਾਉਣ ਵਿੱਚ ਵੀ ਮਦਦ ਕਰਦੀਆਂ ਹਨ। ਉਹ ਕਹਿੰਦੇ ਨੇ ਕਿ ਸਾਡੇ ਇਸ ਨਿਵੇਸ਼ ਦੇ ਨਾਲ ਨਵੇਂ ਆ ਰਹੇ ਇਮੀਗ੍ਰੈਂਟਸ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇਗਾ। ਵੱਖ-ਵੱਖ ਸੰਸਥਾਵਾਂ ਵੱਲੋਂ ਸਰਕਾਰ ਦੇ ਇਸ ਨਿਵੇਸ਼ ਦਾ ਸਵਾਗਤ ਕੀਤਾ ਜਾ ਰਿਹਾ ਹੈ। ਆਟਵਾ ਵਿੱਚ ਸਥਿਤ ਸੰਸਥਾ YCMA ਦੇ CEO ਨੇ ਕਿਹਾ ਕਿ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਕੀਤੇ ਗਏ ਮਹੱਤਵਪੂਰਨ ਨਿਵੇਸ਼ ਨੂੰ ਦੇਖ ਕੇ ਅਸੀਂ ਬਹੁਤ ਖੁਸ਼ ਹਾਂ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇੱਕ ਨਵੇਂ ਦੇਸ਼ ਦੇ ਵਿੱਚ ਜਾਣ ਦਾ ਫੈਸਲਾ ਕਰਨਾ ਸ਼ਾਇਦ ਇੱਕ ਵਿਅਕਤੀ ਆਪਣੇ ਜੀਵਨ ਵਿੱਚ ਲਏ ਜਾਣ ਵਾਲੇ ਸਭ ਤੋਂ ਵੱਡੇ ਫੈਸਲਿਆਂ ਅੰਦਰ ਗਿਣਦਾ ਹੈ। ਅਜਿਹੇ ਨਿਵੇਸ਼ ਨੂੰ ਸਾਨੂੰ ਅਲੱਗ-ਅਲੱਗ ਖੇਤਰਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਅਤੇ ਪ੍ਰਵਾਸੀਆਂ ਦੀ ਕੈਨੇਡਾ ਵਿੱਚ ਯਾਤਰਾ ਨੂੰ ਆਸਾਨ ਬਣਾਉਣ ਅੰਦਰ ਮਦਦ ਕਰਦੇ ਨੇ। ਇਸੇ ਲੜੀ ਤਹਿਤ ਫੈਡਰਲ ਮਿਨਿਸਟਰ ਹਰਜੀਤ ਸਚਨ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਸਕਸਮ ਨਾਮੀ ਸੰਸਥਾ ਨੂੰ $12 ਮਿਲੀਅਨ ਦੀ ਫੰਡਿੰਗ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਇਹ ਸੰਸਥਾਵਾਂ ਕੈਨੇਡਾ ਵਿੱਚ ਆਉਣ ਵਾਲੀ ਇਮੀਗ੍ਰੈਂਟਸ ਨੂੰ ਆਪਣਾ ਫੈਸਲਾ ਲੈਣ ਵਿੱਚ ਮਦਦ ਕਰਦੀਆਂ ਹਨ। ਦੱਸ ਦਈਏ ਕਿ ਕੈਨੇਡਾ ਵਿੱਚ ਬਹੁਤ ਸਾਰੀਆਂ ਅਜਿਹੀਆਂ ਏਜੰਸੀਆਂ ਕੰਮ ਕਰਦੀਆਂ ਨੇ ਜੋ ਕਿ ਇਮੀਗ੍ਰੈਂਟਸ ਨੂੰ ਕੈਨੇਡਾ ਆਉਣ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਕੈਨੇਡਾ ਅੰਦਰ ਸੈਟਲ ਹੋਣ ਲਈ ਮਦਦ ਕਰਦੀਆਂ ਨੇ। ਇਹਨਾਂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਵਿੱਚ ਕੈਨੇਡੀਅਨ ਸੱਭਿਆਚਾਰ ਬਾਰੇ ਜਾਣਕਾਰੀ ਦੇਣਾ, ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦੇਣਾ ਤੇ ਅੰਗਰੇਜ਼ੀ ਤੇ ਫ੍ਰੈਂਚ ਆਦਿ ਸਿਖਾਉਣ ਦੀਆਂ ਕਲਾਸਾਂ ਦੇਣੀਆਂ ਆਦਿ ਸ਼ਾਮਿਲ ਹੈ। ਕੈਨੇਡਾ ਆਉਣ ਵਾਲੇ ਪ੍ਰਵਾਸੀ ਕੈਨੇਡਾ ਆਉਣ ਤੋਂ ਪਹਿਲਾਂ ਇੱਥੇ ਆ ਕੇ ਇਹਨਾਂ ਸੰਸਥਾਵਾਂ ਦਾ ਲਾਭ ਲੈ ਸਕਦੇ ਹਨ। ਕੈਨੇਡਾ ਵੱਲੋਂ ਪ੍ਰੀ ਅਰਾਈਵਲ ਸੇਵਾਵਾਂ ਦੀ ਸ਼ੁਰੂਆਤ 1998 ਦੌਰਾਨ ਕੀਤੀ ਗਈ ਸੀ। ਮਾਫੀਆ ਮੈਂਬਰ ਦੀ ਨੂੰਹ ਦਾ ਦਿਨ ਦਿਹਾੜੇ ਇਸ ਹਫ਼ਤੇ ਕਤਲ ਕੀਤਾ ਗਿਆ, ਜਿਸ ਬਾਰੇ ਪੁਲਿਸ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹ ਮਾਮਲੇ ਦੀ ਤਫਤੀਸ਼ ਕਰ ਰਹੇ ਨੇ। ਪਾਰਕਿੰਗ ਲਾਟ ਦੇ ਵਿੱਚ ਮਾਫੀਆ ਮੈਂਬਰ ਦੀ ਨੂੰਹ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਉਸ ਦਾ ਕਤਲ ਕਰ ਦਿੱਤਾ ਗਿਆ। ਉਸ ਨੂੰ 5 ਗੋਲੀਆਂ ਮਾਰੀਆਂ ਗਈਆਂ। ਮੌਂਟਰੀਅਲ ਤੋਂ ਮਾਫੀਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਮਾਫੀਆ ਮੈਂਬਰ ਦੀ ਨੂੰਹ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮੌਂਟਰੀਅਲ ਦੀ ਮਾਫੀਆ ਡੌਨ ਮੋਰੈਨੋ ਗੈਲੋ ਦੀ ਨੂੰਹ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਸੂਤਰਾਂ ਦੇ ਹਵਾਲੇ ਤੋਂ ਆਈ ਜਾਣਕਾਰੀ ਮੁਤਾਬਕ ਇਹ ਘਟਨਾ 4:30 ਦੇ ਕਰੀਬ ਸਾਹਮਣੇ ਆਈ ਹੈ, ਜਿੱਥੇ ਨੂੰਹ ਨੂੰ 5 ਗੋਲੀਆਂ ਮਾਰੀਆਂ ਗਈਆਂ। ਪੀੜਤ ਨੂੰ ਇੱਕ ਸੈਲੂਨ ਦੇ ਬਾਹਰ ਪਾਰਕਿੰਗ ਲਾਟ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ। ਮੌਂਟਰੀਅਲ ਪੁਲਿਸ ਦੇ ਦੱਸਣ ਮੁਤਾਬਕ ਜਦੋਂ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਗੋਲੀਆਂ ਲੱਗਣ ਕਾਰਨ ਉੱਥੇ ਉਹਨਾਂ ਨੂੰ ਇੱਕ ਜ਼ਖਮੀ ਹਾਲਤ ਵਿੱਚ ਲੜਕੀ ਮਿਲੀ। ਇਹ ਲੜਕੀ ਕਾਰ ਅੰਦਰ ਮੌਜੂਦ ਸੀ। ਕਾਂਸਟੇਬਲ ਨੇ ਦੱਸਿਆ ਕਿ ਜਦੋਂ ਪੀੜਤ ਤੇ ਗੋਲੀਆਂ ਚਲਾਈਆਂ ਗਈਆਂ ਤਾਂ ਉਹ ਕਾਰ ਚਲਾ ਰਹੀ ਸੀ ਤੇ ਉਸ ਦੀ ਕਾਰ ਇਮਾਰਤ ਦੇ ਨਾਲ ਜਾ ਕੇ ਟਕਰਾਈ। ਪੁਲਿਸ ਦਾ ਕਹਿਣਾ ਹੈ ਕਿ ਚਸ਼ਮਦੀਦ ਗਵਾਹਾਂ ਮੁਤਾਬਕ ਇਸ ਗੋਲੀਬਾਰੀ ਨੂੰ ਅੰਜਾਮ ਦੇਣ ਵਾਲੇ ਪੈਦਲ ਹੀ ਉੱਥੋਂ ਫਰਾਰ ਹੋ ਗਏ। ਪੁਲਿਸ ਨੇ ਮ੍ਰਿਤਕ ਦੀ ਉਮਰ ਜਾਂ ਫਿਰ ਪਹਿਚਾਣ ਜਨਤਕ ਨਹੀਂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੀੜਤ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਬਾਅਦ ਦੇ ਵਿੱਚ ਪੁਲਿਸ ਵੱਲੋਂ ਦੱਸਿਆ ਗਿਆ ਕਿ ਪੀੜਤ ਦਾ ਨਾਮ ਕਲੂਡੀਆ ਹੈ, ਜੋ ਕਿ ਮੋਰੈਨੋ ਗੈਲੋ ਦੇ ਬੇਟੇ ਦੀ ਪਤਨੀ ਸੀ। ਮੋਰੈਨੋ ਨੂੰ ਸਾਲ 2013 ਵਿੱਚ ਮੈਕਸੀਕੋ ਅੰਦਰ ਕਤਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸੂਤਰਾਂ ਦਾ ਕਹਿਣਾ ਹੈ ਕਿ ਕਲੋਡੀਆ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਿਲ ਨਹੀਂ ਸੀ। ਮੌਂਟਰੀਅਲ ਪੁਲਿਸ ਦੇ ਸੇਵਾ ਮੁਕਤ ਸਾਰਜਨ ਨੇ ਕਿਹਾ ਕਿ ਆਮ ਤੌਰ ਤੇ ਮਾਫੀਆ ਹਮਲਿਆਂ ਵਿੱਚ ਪਤਨੀਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ। ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਕਿ ਮੌਂਟਰੀਅਲ ਪੁਲਿਸ ਦੇ ਅਫਸਰ 2015 ਦੇ ਵਿੱਚ ਕਲੋਡੀਆ ਨੂੰ ਮਿਲੇ ਸਨ, ਜਦੋਂ ਉਸ ਦੇ ਬਿਊਟੀ ਸੈਲੂਨ ਤੇ ਹਮਲਾ ਕੀਤਾ ਗਿਆ। ਹਮਲੇ ਨੂੰ ਉਸ ਵੇਲੇ ਕਲੋਡੀਆ ਦੇ ਪਤੀ ਐਂਥਨੀ ਅਤੇ ਉਸ ਦੇ ਜੇਠ ਜੂਨੀਅਰ ਦੇ ਨਾਲ ਸੰਦੇਸ਼ ਵਜੋਂ ਸਮਝਿਆ ਜਾਂਦਾ ਸੀ, ਜੋ ਕਿ ਸੰਗਠਿਤ ਅਪਰਾਧ ਵਿੱਚ ਸ਼ਾਮਲ ਸਨ। ਪੁਲਿਸ ਨੇ ਅਜੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਤੇ ਉਹਨਾਂ ਵੱਲੋਂ ਅਜੇ ਚਸ਼ਮਦੀਦਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਕੈਨੇਡਾ ਵਿੱਚ ਉਡਾਨਾਂ ਬੰਦ ਹੋਣ ਦੀ ਜਾਣਕਾਰੀ ਇਸ ਹਫ਼ਤੇ ਸਾਹਮਣੇ ਆਈ, ਜਿੱਥੇ ਕੁਝ ਪਾਇਲਟਾਂ ਨੇ ਹੜਤਾਲ ਦੇ ਉੱਪਰ ਜਾਣ ਦਾ ਐਲਾਨ ਕੀਤਾ, ਪਰ ਬਾਅਦ ਦੇ ਵਿੱਚ ਪਾਇਲਟਾਂ ਦਾ ਇੱਕ ਅਸਥਾਈ ਸਮਝੌਤਾ ਹੋ ਗਿਆ, ਜਿਸ ਤੋਂ ਬਾਅਦ ਹੜਤਾਲ ਟਲ ਗਈ। ਪਰ ਯਾਤਰੀਆਂ ਨੂੰ ਜੋ ਦਿੱਕਤ ਆਈ ਉਸ ਬਾਰੇ ਉਹਨਾਂ ਵੱਲੋਂ ਦੱਸਿਆ ਗਿਆ। ਉਡਾਨਾਂ ਦੇ ਬਾਰੇ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਉਡਾਨਾਂ ਹੁਣ ਬੰਦ ਵੀ ਹੋ ਸਕਦੀਆਂ ਨੇ। ਦਰਅਸਲ ਪਾਇਲਟਾਂ ਵੱਲੋਂ ਹੜਤਾਲ ਦਾ ਨੋਟਿਸ ਦਿੱਤਾ ਗਿਆ। ਵੈਸਟ ਜੈਟ ਦੇ ਪਾਇਲਟਾਂ ਨੇ 72 ਘੰਟੇ ਦੇ ਵਿੱਚ ਹੜਤਾਲ ਦਾ ਨੋਟਿਸ ਜਾਰੀ ਕੀਤਾ ਹੈ। ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਕੰਪਨੀ ਅਤੇ ਸਰਕਾਰ ਨੂੰ ਸੋਮਵਾਰ ਰਾਤ ਨੂੰ 72 ਘੰਟੇ ਵਿੱਚ ਹੜਤਾਲ ਦਾ ਨੋਟਿਸ ਜਾਰੀ ਕੀਤਾ, ਜਿਸ ਦਾ ਮਤਲਬ ਹੈ ਕਿ ਮਈ ਦੇ ਲੌਂਗ ਵੀਕਐਂਡ ਤੋਂ ਪਹਿਲਾਂ ਪਾਇਲਟ ਹੜਤਾਲ ਤੇ ਜਾ ਸਕਦੇ ਨੇ। ਵੈਸਟ ਜੈਟ ਗਰੁੱਪ ਵੱਲੋਂ ਵੀ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ। ਏਅਰਲਾਈਨ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਉਡਾਨਾਂ ਦੇ ਸੰਬੰਧ ਵਿੱਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਅਤੇ ਜਿਹੜੇ ਯਾਤਰੀ ਆਪਣੀ ਟਰੈਵਲ ਯੋਜਨਾ ਬਦਲਣਾ ਜਾਂ ਫਿਰ ਰੱਦ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਆਪਸ਼ਨ ਦਿੱਤੇ ਜਾਣਗੇ। ਵੈਸਟਜੈਟ ਨੇ ਕਿਹਾ ਕਿ ਪ੍ਰਭਾਵਿਤ ਯਾਤਰੀਆਂ ਦੇ ਪੈਸੇ ਮੋੜੇ ਜਾਣਗੇ ਜਾਂ ਉਹਨਾਂ ਨੂੰ ਬਦਲ ਦੇ ਤਰੀਕੇ ਵੀ ਦਿੱਤੇ ਜਾਣਗੇ। ਇਸ ਸਭ ਤੋਂ ਬਾਅਦ ਵੈਸਟਜੈਟ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ 3 ਵਜੇ ਤੋਂ ਕੰਮਕਾਜ ਵਿੱਚ ਰੁਕਾਵਟ ਸ਼ੁਰੂ ਹੋ ਸਕਦੀ ਹੈ। ਇੱਕ ਰਿਲੀਜ਼ ਦੇ ਵਿੱਚ ਵੈਸਟਜੈਟ ਦਾ ਕਹਿਣਾ ਹੈ ਕਿ ਲੁੱਕਆਊਟ ਨੋਟਿਸ ਜਾਰੀ ਕਰਨ ਦਾ ਮਤਲਬ ਇਹ ਨਹੀਂ ਕਿ ਕੰਮਕਾਜ ਨੂੰ ਰੋਕਿਆ ਜਾਵੇਗਾ। ਕੰਪਨੀ ਦੇ CEO ਨੇ ਕਿਹਾ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਯਕੀਨੀ ਬਣਾਈਏ ਕਿ ਸਾਡੇ ਕੋਲ ਨੈਟਵਰਕ ਦੀ ਸੁਰੱਖਿਆ ਅਤੇ ਉਸ ਤੇ ਹਰ ਸਮੇਂ ਸੰਪੂਰਨ ਨਿਯੰਤਰਣ ਹੋਵੇ ਤਾਂ ਜੋ ਸਾਡੀ ਯਾਤਰੀ, ਸਾਡੇ ਕਰੂ ਤੇ ਸਾਡੇ ਜਹਾਜ਼ ਦੇ ਅਟਕ ਜਾਣ ਦਾ ਜ਼ੋਖਮ ਘਟਾਇਆ ਜਾ ਸਕੇ। ਯੂਨੀਅਨ ਨਾਲ ਜੁੜੇ ਵੈਸਟਜੈਟ ਦੇ ਕਰੀਬ 1850 ਪਾਇਲਟ ਹੜਤਾਲ ਦੀ ਤਿਆਰੀ ਵਿੱਚ ਨੇ। ਯੂਨੀਅਨ ਮੁਤਾਬਕ ਬਿਹਤਰ ਤਨਖਾਹ, ਨੌਕਰੀ ਦੀ ਸੁਰੱਖਿਆ ਅਤੇ ਹੋਰ ਵੀ ਕੁਝ ਮੁੱਖ ਮੁੱਦੇ ਨੇ। ਅਲਫਾ ਦੀ ਵੈਸਟਜੈਟ ਇਕਾਈ ਦੇ ਚੇਅਰ ਨੇ ਕਿਹਾ ਕਿ 9 ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਪ੍ਰਬੰਧਨ ਅਜੇ ਵੀ ਅੱਜ ਦੀ ਲੇਬਰ ਮਾਰਕੀਟ ਦੀਆਂ ਸਥਿਤੀਆਂ ਨੂੰ ਸਮਝਣ ਵਿੱਚ ਅਸਫਲ ਨੇ, ਜਿਸ ਕਰਕੇ ਸਾਡੇ ਪਾਇਲਟ ਕੰਮ ਦੇ ਬਿਹਤਰ ਮੌਕਿਆਂ ਦੀ ਭਾਲ ਵਿੱਚ ਵੱਡੇ ਪੱਧਰ ਤੇ ਕੂਚ ਕਰ ਰਹੇ ਨੇ। ਹੋਰ ਵੀ ਜਾਣਗੇ ਜੇ ਇਸ ਸਮਝੌਤੇ ਵਿੱਚ ਪਾਇਲਟਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋਈਆਂ। ਸਤੰਬਰ ਵਿੱਚ ਵੈਸਟਜੈਟ ਅਤੇ ਪਾਇਲਟਾਂ ਦੀ ਯੂਨੀਅਨ ਦਰਮਿਆਨ ਗੱਲਬਾਤ ਸ਼ੁਰੂ ਹੋਈ ਸੀ। ਪਿਛਲੇ ਮਹੀਨੇ ਪਾਇਲਟਾਂ ਨੇ ਹੜਤਾਲ ਦੇ ਪੱਖ ਵਿੱਚ ਵੋਟ ਪਾਈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਸੰਬੰਧੀ ਕੀ ਫੈਸਲਾ ਲੈਂਦੀ ਹੈ। ਨਸ਼ੇ ਦੇ ਮਾਮਲੇ ਦੇ ਵਿੱਚ ਪੰਜਾਬੀ ਨੂੰ ਕਾਬੂ ਕੀਤਾ ਗਿਆ, ਜਿਸ ਕੋਲੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਹੋਇਆ। ਇਸ ਪੰਜਾਬੀ ਦੀ ਪਹਿਚਾਣ ਵੀ ਪੁਲਿਸ ਅਧਿਕਾਰੀਆਂ ਵੱਲੋਂ ਜਨਤਕ ਕੀਤੀ ਗਈ। ਟਰੱਕ ਡਰਾਈਵਰ ਤੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਉਸ ਤਹਿਤ ਉਹਨਾਂ ਨੇ ਹੁਣ ਤੱਕ ਦੀ ਅਪਡੇਟ ਜਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਨਸ਼ੇ ਖਿਲਾਫ ਜਿਸ ਵਿਅਕਤੀ ਖਿਲਾਫ ਕਾਰਵਾਈ ਕੀਤੀ ਗਈ ਉਹ ਟਰੱਕ ਡਰਾਈਵਰ ਪੰਜਾਬੀ ਮੂਲ ਦਾ ਹੈ। ਅਮਰੀਕਾ ਕੈਨੇਡਾ ਬਾਰਡਰ ਤੇ 60 ਕਿਲੋ ਕੋਕੇਨ ਬਰਾਮਦ ਕੀਤੀ ਗਈ ਹੈ। ਨਸ਼ੇ ਦੇ ਇਸ ਮਾਮਲੇ ਦੇ ਵਿੱਚ ਟਰੱਕ ਡਰਾਈਵਰ ਨੂੰ ਚਾਰਜ ਕੀਤਾ ਗਿਆ। ਅਧਿਕਾਰੀਆਂ ਵੱਲੋਂ ਇਸ ਬਾਰੇ ਅਪਡੇਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਇੱਕ ਕਮਰਸ਼ੀਅਲ ਟਰੱਕ ਦੇ ਕੈਬਿਨ ਚੋਂ 60 ਕਿਲੋ ਸ਼ੱਕੀ ਕੋਕੇਨ ਬਰਾਮਦ ਕੀਤੀ ਗਈ ਹੈ। ਕੈਨੇਡੀਅਨ ਬਾਰਡਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਮਾਮਲਾ 17 ਅਪ੍ਰੈਲ ਨੂੰ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ RCMP ਵੱਲੋਂ ਪੈਰਿਸ, ਓਨਟਾਰੀਓ ਦੇ ਨਾਲ ਸੰਬੰਧਿਤ ਟਰੱਕ ਡਰਾਈਵਰ ਨੂੰ ਚਾਰਜ ਕੀਤਾ ਗਿਆ। ਇਸ ਟਰੱਕ ਡਰਾਈਵਰ ਦਾ ਨਾਮ ਜਸਵੀਰ ਸਿੰਘ ਦੱਸਿਆ ਗਿਆ ਹੈ। RCMP ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਪਰ ਉਹਨਾਂ ਨੇ ਅਜੇ ਕੋਈ ਬਹੁਤੀ ਹੋਰ ਅਪਡੇਟ ਇਸ ਬਾਰੇ ਨਹੀਂ ਦੱਸੀ। ਇਸ ਤੋਂ ਇਲਾਵਾ ਉਹਨਾਂ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਜਸਵੀਰ ਸਿੰਘ ਦੇ ਉੱਪਰ 2 ਚਾਰਜਸ ਲਗਾਏ ਗਏ ਨੇ, ਜਿਸ ਦੀ ਜਲਦ ਹੀ ਕੋਰਟ ਦੇ ਵਿੱਚ ਪੇਸ਼ੀ ਹੋਣ ਜਾ ਰਹੀ ਹੈ। ਹਾਊਸਿੰਗ ਮਾਰਕੀਟ ਦੇ ਵਿੱਚ ਇੱਕ ਵਾਰ ਫਿਰ ਤੋਂ ਤੇਜ਼ੀ ਆਉਂਦੀ ਹੋਈ ਦਿਖਾਈ ਦੇ ਰਹੀ ਹੈ, ਜਿੱਥੇ ਪਹਿਲਾਂ ਦੇ ਮੁਕਾਬਲੇ ਘਰਾਂ ਦੀ ਸੇਲ ਦੇ ਵਿੱਚ ਵਾਧਾ ਹੋਇਆ ਤੇ ਨਾਲ ਹੀ ਘਰਾਂ ਦੀਆਂ ਕੀਮਤਾਂ ਵੀ ਪਹਿਲਾਂ ਦੇ ਮੁਕਾਬਲੇ ਵਧੀਆਂ ਨੇ। ਪਹਿਲਾਂ ਅਜਿਹਾ ਦੇਖਣ ਦੇ ਵਿੱਚ ਆ ਰਿਹਾ ਸੀ ਜਦੋਂ ਘਰਾਂ ਦੀ ਸੇਲ ਤੇ ਕੀਮਤਾਂ ਕਾਫੀ ਹੇਠਾਂ ਆਈਆਂ, ਪਰ ਬਾਅਦ ਦੇ ਵਿੱਚ ਹੁਣ ਘਰਾਂ ਦੇ ਨਾਲ ਜੁੜੀ ਹੋਈ ਇਸ ਹਫ਼ਤੇ ਤਾਜ਼ਾ ਖਬਰ ਸਾਹਮਣੇ ਆਈ ਹੈ। ਘਰਾਂ ਬਾਰੇ ਕੈਨੇਡਾ ਤੋਂ ਖਾਸ ਜਾਣਕਾਰੀ ਸਾਹਮਣੇ ਆਈ, ਜਿੱਥੇ ਅਪ੍ਰੈਲ ਮਹੀਨੇ ਦੌਰਾਨ ਘਰਾਂ ਦੀ ਔਸਤ ਕੀਮਤ $7,16,000 ਦਰਜ ਕੀਤੀ ਗਈ। ਲਗਾਤਾਰ ਅਜਿਹਾ ਚੌਥੇ ਮਹੀਨੇ ਹੋਇਆ ਜਦੋਂ ਵਾਧਾ ਦਰਜ ਕੀਤਾ ਗਿਆ ਹੋਵੇ। ਦੱਸੀਏ ਕਿ ਜਨਵਰੀ ਦੇ ਮੁਕਾਬਲੇ ਔਸਤ ਕੀਮਤ $1,00,000 ਵੱਧ ਦੱਸੀ ਜਾ ਰਹੀ ਹੈ। ਕੈਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਦੇ ਨਵੇਂ ਅੰਕੜੇ ਦੱਸਦੇ ਹਨ ਕਿ ਕੈਨੇਡਾ ਵਿੱਚ ਘਰਾਂ ਦੀ ਔਸਤ ਕੀਮਤ ਵਿੱਚ ਲਗਾਤਾਰ 4 ਮਹੀਨੇ ਤੋਂ ਵਾਧਾ ਦਰਜ ਹੋ ਰਿਹਾ ਹੈ। ਜੋ ਹੁਣ ਨਵੇਂ ਅੰਕੜੇ ਸਾਹਮਣੇ ਆਏ, ਉਹਨਾਂ ਮੁਤਾਬਕ ਅਪ੍ਰੈਲ ਮਹੀਨੇ ਦੌਰਾਨ ਘਰਾਂ ਦੀ ਔਸਤ ਕੀਮਤ $7,16,000 ਦਰਜ ਕੀਤੀ ਗਈ, ਜੋ ਕਿ ਜਨਵਰੀ ਮਹੀਨੇ ਵਿੱਚ ਘਰਾਂ ਦੀ ਔਸਤ ਕੀਮਤ ਦੇ ਮੁਕਾਬਲੇ $1,00,000 ਦਾ ਵਾਧਾ ਹੈ। ਫਰਵਰੀ 2022 ਦੇ ਵਿੱਚ ਔਸਤ ਕੀਮਤ $8,16,000 ਤੋਂ ਵੀ ਪਾਰ ਹੋਣ ਤੋਂ ਬਾਅਦ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿੱਚ ਵਾਧਾ ਕਰਨਾ ਸ਼ੁਰੂ ਕੀਤਾ, ਜਿਸ ਕਰਕੇ ਮਾਰਗੇਜ ਦਰਾਂ ਦੇ ਵਿੱਚ ਵਾਧਾ ਕਾਰਨ ਕੈਨੇਡੀਅਨ ਹਾਊਸਿੰਗ ਮਾਰਕੀਟ ਠੰਡੀ ਹੋਣੀ ਸ਼ੁਰੂ ਹੋ ਗਈ।
ਨਤੀਜੇ ਵਜੋਂ ਜੁਲਾਈ ਮਹੀਨੇ ਅੰਦਰ ਘਰਾਂ ਦੀ ਔਸਤ ਕੀਮਤ 6,30,000 ਤੋਂ ਵੀ ਵੱਧ ਦਰਜ ਕੀਤੀ ਗਈ ਸੀ। ਪਰ ਸਾਲ 2023 ਸ਼ੁਰੂ ਹੁੰਦਿਆਂ ਹਾਊਸਿੰਗ ਮਾਰਕੀਟ ਨੇ ਫਿਰ ਤੋਂ ਰਫ਼ਤਾਰ ਫੜ ਲਈ। ਜ਼ਿਆਦਾਤਰ ਤੇਜ਼ੀ ਗ੍ਰੇਟਰ ਟੋਰਾਂਟੋ ਏਰੀਆ ਤੇ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਇਲਾਕੇ ਦੇ ਵਿੱਚ ਦਰਜ ਹੋਈ ਹੈ। ਇਹਨਾਂ ਦੋਵਾਂ ਥਾਵਾਂ ਦੇ ਅੰਕੜੇ ਦੱਸਦੇ ਹਨ ਕਿ ਘਰਾਂ ਦੀ ਔਸਤ ਕੀਮਤ $5,72,000 ਤੇ ਆ ਗਈ। CREA ਮੁਤਾਬਕ ਅਪ੍ਰੈਲ ਮਹੀਨੇ ਵਿੱਚ ਘਰਾਂ ਦੀ ਵਿਕਰੀ ਮਾਰਚ ਦੇ ਮੁਕਾਬਲੇ 11% ਵੱਧ ਦੱਸੀ ਗਈ। ਮੌਜੂਦਾ ਵਿਕਰੀ ਦਾ ਪੱਧਰ ਪਿਛਲੇ ਸਾਲ ਜੂਨ ਤੋਂ ਬਾਅਦ ਦੇ ਸਭ ਤੋਂ ਉੱਪਰਲੇ ਪੱਧਰ ਤੇ ਪਹੁੰਚ ਗਿਆ। ਪਿਛਲੇ ਸਾਲ ਹਾਊਸਿੰਗ ਮਾਰਕੀਟ ਦੀ ਰਿਕਾਰਡ ਤੇਜ਼ੀ ਵੇਲੇ ਅਪ੍ਰੈਲ 2022 ਦੀ ਤੁਲਨਾ ਵਿੱਚ ਇਹ ਘਰਾਂ ਦੀ ਸੇਲ ਅਜੇ ਵੀ 20% ਹੇਠਾਂ ਹੈ। ਇਸ ਤੋਂ ਬਾਅਦ TD ਬੈਂਕ ਦੇ ਅਰਥ ਸ਼ਾਸਤਰੀਆਂ ਨੇ ਵੀ ਆਪਣਾ ਪੱਖ ਰੱਖਿਆ, ਜਿੱਥੇ ਉਹਨਾਂ ਦੱਸਿਆ ਕਿ ਮਜ਼ਬੂਤ ਜੌਬ ਮਾਰਕੀਟ ਅਤੇ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਸਥਿਰ ਰੱਖਣ ਕਾਰਨ ਹਾਊਸਿੰਗ ਮਾਰਕੀਟ ਦੇ ਵਿੱਚ ਤੇਜ਼ੀ ਆਈ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਭਾਵੇਂ ਘਰ ਖਰੀਦਣ ਵੇਲੇ ਅਫੋਰਡੇਬਿਲਿਟੀ ਅਜੇ ਵੀ ਇੱਕ ਚੁਣੌਤੀ ਹੈ, ਪਰ ਘਰਾਂ ਦੀ ਸੀਮਤ ਸਪਲਾਈ ਕੀਮਤਾਂ ਉੱਪਰ ਵੱਲ ਲੈ ਕੇ ਜਾ ਰਹੀ ਹੈ। ਅਗਲੇ ਮਹੀਨੇ 4 ਰਾਈਡਿੰਗਸ ਦੇ ਉੱਪਰ ਮੁੜ ਤੋਂ ਚੋਣਾਂ ਹੋਣ ਜਾ ਰਹੀਆਂ ਨੇ। ਜਿਮਨੀ ਚੋਣਾਂ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਕਿ ਕਿਹੜੀਆਂ ਰਾਈਡਿੰਗਸ ਦੇ ਉੱਪਰ ਹੁਣ ਦੁਬਾਰਾ ਚੋਣਾਂ ਹੋਣਗੀਆਂ। ਕੈਨੇਡਾ ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਕੈਨੇਡਾ ਦੀਆਂ 4 ਰਾਈਡਿੰਗਸ ਤੇ ਅਗਲੇ ਮਹੀਨੇ ਜਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਦੱਸਿਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਕੀਤਾ ਗਿਆ ਕਿ 4 ਰਾਈਡਿੰਗਸ ਤੇ ਜਿਮਨੀ ਚੋਣਾਂ 19 ਜੂਨ ਨੂੰ ਕਰਵਾਈਆਂ ਜਾਣਗੀਆਂ। ਇਹ 4 ਰਾਈਡਿੰਗਸ ਦੇਸ਼ ਦੇ 3 ਸੂਬਿਆਂ ਮੈਨੀਟੋਬਾ, ਕਿਊਬੈਕ ਅਤੇ ਓਨਟਾਰੀਓ ਵਿੱਚ ਹਨ। ਮੈਨੀਟੋਬਾ ਸੂਬੇ ਦੀ ਵਿਨੀਪੈਗ ਸਾਊਥ ਸੈਂਟਰ ਰਾਈਡਿੰਗ ਤੋਂ ਲਿਬਰਲ ਉਮੀਦਵਾਰ ਬੈਨ ਕਾਰ ਜਿੱਤ ਦੀ ਉਮੀਦ ਕਰ ਰਹੇ ਨੇ। ਇਸ ਸੀਟ ਦੀ ਨੁਮਾਇੰਦਗੀ ਉਹਨਾਂ ਦੇ ਪਿਤਾ ਲੰਬੇ ਸਮੇਂ ਤੋਂ MP ਅਤੇ ਕੈਬਨਿਟ ਮਿਨਿਸਟਰ ਜਿਮ ਕਾਰ ਕਰਦੇ ਸਨ। ਜਿਮ ਕਾਰ ਦਾ ਦਸੰਬਰ ਮਹੀਨੇ ਦੌਰਾਨ ਦੇਹਾਂਤ ਹੋ ਗਿਆ ਸੀ। ਸਾਊਥ ਮੈਨੀਟੋਬਾ ਦੀ ਰਾਈਡਿੰਗ ਦੀ ਨੁਮਾਇੰਦਗੀ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਤੇ ਸਾਬਕਾ ਇੰਟਰਿਮ ਲੀਡਰ ਕਰਦੇ ਸਨ, ਪਰ ਉਹਨਾਂ ਨੇ ਫਰਵਰੀ ਮਹੀਨੇ ਅਸਤੀਫਾ ਦੇ ਦਿੱਤਾ। ਉਸ ਤੋਂ ਬਾਅਦ ਬਰਗਨ ਅਕਤੂਬਰ ਦੇ ਵਿੱਚ ਹੋਣ ਵਾਲੀਆਂ ਸੂਬਾਈ ਚੋਣਾਂ ਵਾਸਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਚੋਣ ਮੁਹਿੰਮ ਦੇ ਕੋ-ਚੇਅਰ ਬਣ ਗਏ ਸਨ। ਸਾਬਕਾ ਲਿਬਰਲ MP ਅਤੇ ਕੈਬਨਿਟ ਮਿਨਿਸਟਰ ਮਾਰਕ, ਜੋ ਕਿ ਸੇਵਾ ਮੁਕਤ ਪੁਲਾੜ ਯਾਤਰੀ ਵੀ ਹਨ, ਉਹਨਾਂ ਨੇ ਮਾਰਚ ਮਹੀਨੇ ਵਿੱਚ ਆਪਣੇ 15 ਸਾਲ ਦੇ ਸਿਆਸੀ ਸਫ਼ਰ ਨੂੰ ਖਤਮ ਕਰਦਿਆਂ ਅਸਤੀਫਾ ਦੇ ਦਿੱਤਾ। ਓਨਟਾਰੀਓ ਦੀ ਆਕਸਫੋਰਡ ਰਾਈਡਿੰਗ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਡੈਬ ਵੱਲੋਂ ਜਨਵਰੀ ਵਿੱਚ ਦਿੱਤੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ। ਇਹ 4 ਰਾਈਡਿੰਗਸ ਮੌਜੂਦਾ ਜੇਤੂ ਪਾਰਟੀ ਦਾ ਮਜ਼ਬੂਤ ਗੜ੍ਹ ਮੰਨੀਆਂ ਜਾਂਦੀਆਂ ਨੇ। ਪੋਰਟੇਜ ਲਿਸਕਰ ਰਾਈਡਿੰਗ ਵਿੱਚ ਕੰਜ਼ਰਵੇਟਿਵ ਉਮੀਦਵਾਰ ਬ੍ਰੈਡਨ ਇਸ ਸੀਟ ਨੂੰ ਆਪਣੀ ਪਾਰਟੀ ਕੋਲ ਬਰਕਰਾਰ ਰੱਖਣ ਦੇ ਯਤਨ ਕਰਨਗੇ। ਉੱਥੇ ਉਹਨਾਂ ਦਾ ਮੁਕਾਬਲਾ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਲੀਡਰ ਨਾਲ ਹੋਵੇਗਾ। ਮੈਕਸਿਮ ਹਾਰਪਰ ਦੀ ਕੰਜ਼ਰਵੇਟਿਵ ਸਰਕਾਰ ਵਿੱਚ ਵਿਦੇਸ਼ ਮੰਤਰੀ ਅਤੇ ਉਦਯੋਗ ਮੰਤਰੀ ਵੀ ਰਹੇ। ਮਤਭੇਦਾਂ ਤੋਂ ਬਾਅਦ ਉਹਨਾਂ ਨੇ ਸਾਲ 2018 ਵਿੱਚ ਕੰਜ਼ਰਵੇਟਿਵ ਪਾਰਟੀ ਛੱਡ ਦਿੱਤੀ ਸੀ। ਮੈਨੀਟੋਬਾ ਵਿਨੀਪੈਗ ਦੇ ਵਾਈਸ ਪ੍ਰੈਜ਼ੀਡੈਂਟ ਐਂਡਰਿਊ ਰਾਈਡਿੰਗ ਤੋਂ ਲਿਬਰਲ ਉਮੀਦਵਾਰ ਹਨ। ਕ੍ਰੇਨ ਨੂੰ NDP ਨੇ ਆਪਣੇ ਉਮੀਦਵਾਰ ਦੇ ਤੌਰ ਤੇ ਉੱਪਰ ਮੈਦਾਨ ਵਿੱਚ ਉਤਾਰਿਆ। ਇਲੈਕਸ਼ਨਜ਼ ਕੈਨੇਡਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਉਕਤ 4 ਰਾਈਡਿੰਗਸ ਵਿੱਚ 9 ਤੇ 12 ਜੂਨ ਤੱਕ ਐਡਵਾਂਸ ਪੋਲਿੰਗ ਕੀਤੀ ਜਾਵੇਗੀ। ਦੱਸ ਦਈਏ ਕਿ ਐਲਬਰਟਾ ਤੋਂ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਬੌਬ ਨੇ ਪਿਛਲੇ ਸਾਲ ਕੈਲਗਰੀ ਹੈਰੀਟੇਜ ਰਾਈਡਿੰਗ ਤੋਂ ਅਸਤੀਫਾ ਦੇ ਦਿੱਤਾ। ਇਸ ਰਾਈਡਿੰਗ ਵਿੱਚ 2 ਜੁਲਾਈ ਤੋਂ ਪਹਿਲਾਂ ਜਿਮਨੀ ਚੋਣਾਂ ਹੋਣੀਆਂ ਜ਼ਰੂਰੀ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਚੋਣ ਦੀਆਂ ਖਬਰਾਂ ਤੇ। ਹਾਊਸਿੰਗ ਮਾਰਕੀਟ ਵਿੱਚ ਰਿਕਾਰਡ ਤੇਜ਼ੀ, ਘਰਾਂ ਦੀ ਸੇਲ ਵਿੱਚ ਹੋਇਆ ਵਾਧਾ। Tier 2 PR ਪ੍ਰੋਗਰਾਮ ਬਾਰੇ ਆਈ ਅਪਡੇਟ। 2 ਸਾਲ ਤੋਂ ਬਾਅਦ ਵੀ ਲਟਕੀਆਂ ਅਰਜ਼ੀਆਂ। ਭਾਰਤ ਵਿੱਚ 2000 ਦੇ ਨੋਟ ਹੋਏ ਬੰਦ, 30 ਸਤੰਬਰ ਤੱਕ ਬਦਲੇ ਜਾ ਸਕਦੇ ਨੇ ਨੋਟ। ਕੈਨੇਡਾ ਆਉਣ ਵਾਲਿਆਂ ਤੇ ਸਰਕਾਰ ਕਰੇਗੀ ਖਰਚਾ, ਇਮੀਗ੍ਰੇਸ਼ਨ ਬਾਰੇ ਆਈ ਵੱਡੀ ਖਬਰ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।